ਕੁਲਵੰਤ ਸਿੰਘ ਵਿਰਕ ਦੀ ਕਹਾਣੀ ਹੈ ਦੋ ਆਨੇ ਦਾ ਘਾਹ। ਸ਼ਹਿਰ ਦੀ ਕਮੇਟੀ ਦੇ ਪ੍ਰਧਾਨ ਸਰਦਾਰ ਬੂਟਾ ਸਿੰਘ ਆਪਣੀ ਕੋਠੀ ਦੇ ਸਾਹਮਣੇ ਪਲਾਟ ਵਿੱਚ ਕੁਰਸੀ 'ਤੇ ਬੈਠੇ ਸਨ। ਉਹਨਾਂ ਦੀ ਮੇਜ਼ ਦੇ ਦੁਆਲੇ 5-7 ਖਾਲੀ ਕੁਰਸੀਆਂ ਪਈਆਂ ਸਨ। ਉਹ ਹਰ ਰੋਜ਼ ਸ਼ਾਮ ਨੂੰ ਇਸ ਤਰ੍ਹਾਂ ਖੁੱਲ੍ਹੀ ਹਵਾ ਵਿੱਚ ਬੈਠਦੇ ਤੇ ਪਲੋ ਪਲੀ ਇਹ ਕੁਰਸੀਆਂ ਉਹਨਾਂ ਨਾਲ ਗੱਲਬਾਤ ਕਰਨ ਆਏ ਲੋਕਾਂ ਨਾਲ ਭਰ ਜਾਂਦੀਆਂ। ਕਮੇਟੀ ਦੇ ਪ੍ਰਧਾਨ ਹੋਣ ਤੋਂ ਬਿਨਾਂ ਉਹ ਜ਼ਿਲ੍ਹੇ ਦੇ ਉੱਘੇ ਵਕੀਲ ਵੀ ਸਨ। ਸੂਬੇ ਦੀ ਰਾਜਨੀਤੀ ਵਿੱਚ ਉਹਨਾਂ ਦਾ ਚੋਖਾ ਭਾਗ ਸੀ। ਇਸ ਲਈ ਉਹਨਾਂ ਕੋਲ ਕਈ ਤਰ੍ਹਾਂ ਦੇ ਲੋਕ ਆਉਂਦੇ, ਮਦਦ ਮੰਗਣ ਵਾਲੇ, ਸਲਾਹਾਂ ਲੈਣ ਵਾਲੇ, ਇੱਧਰ ਉੱਧਰ ਦੀਆਂ ਗੱਲਾਂ ਦੱਸਣ ਵਾਲੇ ਤੇ ਕੁਝ ਉਹਨਾਂ ਦੇ ਜਿਗਰੀ ਦੋਸਤ ਕੇਵਲ ਗੱਲਾਂ ਬਾਤਾਂ ਕਰਨ ਲਈ ਹੀ। ਤੇ ਇਸ ਤਰ੍ਹਾਂ ਕੋਠੀ ਵਿੱਚ ਚੋਖੀ ਰੌਣਕ ਲੱਗੀ ਰਹਿੰਦੀ। ਅੰਦਰੋਂ ਆਉਂਦੀਆਂ ਜਾਂਦੀਆਂ ਫਲ ਫਰੂਟ ਤੇ ਚਾਹ ਪਾਣੀ ਦੀਆਂ ਟਰੇਆਂ ਇਹ ਦੱਸਦੀਆਂ ਸਨ ਕਿ ਇਹਨਾਂ ਘਰ ਆਏ ਪ੍ਰਾਹੁਣਿਆਂ ਦਾ ਆਦਰ ਮਾਣ ਕਰਨ ਦੀ ਇੱਛਾ ਵੀ ਸੀ ਤੇ ਯੋਗਤਾ ਵੀ। ਅਸਲ ਵਿੱਚ ਸਰਦਾਰ ਬੂਟਾ ਸਿੰਘ ਬੜੇ ਖੁੱਲ੍ਹੇ ਦਿਲ ਦਾ ਮਾਲਕ ਸੀ। ਉਸ ਦੇ ਚੀਨੀ ਦੇ ਭਾਂਡੇ, ਸੋਫਾ ਸੈੱਟ, ਗਲੀਚੇ ਲੋਕਾਂ ਦੇ ਘਰ ਜਾ ਕੇ ਟੁੱਟਦੇ, ਖਰਾਬ ਹੁੰਦੇ ਰਹਿੰਦੇ। ਉਸ ਦੇ ਭਰੇ ਹੋਏ ਸੰਦੂਕਾਂ ਵਿੱਚੋਂ ਆਂਢੀ ਗਵਾਂਢੀ ਰਜ਼ਾਈਆਂ, ਖੇਸ, ਚਾਦਰਾਂ ਤੇ ਸਰਾਣੇ ਮੰਗ ਕੇ ਲੈ ਜਾਂਦੇ। ਬਾਹਰੋਂ ਪਿੰਡਾਂ ਵਿੱਚੋਂ ਆਏ ਉਸ ਦੇ ਜਾਣੂ ਲੋਕ ਉਸ ਦੇ ਘਰੋਂ ਬਿਨਾਂ ਸੰਗ ਝਿਜਕਦੇ ਰੋਟੀਆਂ ਖਾਂਦੇ ਤੇ ਪਏ ਰਹਿੰਦੇ, ਕਿਉਂਕਿ ਉਹ ਜਾਣਦੇ ਸਨ ਕਿ ਦਰਿਆ ਦਿਲ ਬੂਟਾ ਸਿੰਘ ਦੇ ਭਰੇ ਹੋਏ ਘਰ ਵਿੱਚ ਉਹਨਾਂ ਦੇ 2-4 ਦਿਨ ਰੋਟੀਆਂ ਖਾਣ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਬੂਟਾ ਸਿੰਘ ਸਦਾ ਇੰਨਾ ਸੌਖਾ ਨਹੀਂ ਰਿਹਾ ਸੀ। ਉਸ ਦਾ ਪਿਤਾ ਇੱਕ ਛੋਟਾ ਜਿਹਾ ਜ਼ਿਮੀਂਦਾਰ ਸੀ। ਨਿੱਕੇ ਹੁੰਦੇ ਬੂਟਾ ਸਿੰਘ ਨੇ ਪੜ੍ਹਨ ਦੇ ਨਾਲ ਹਾਲੀਆਂ ਨੂੰ ਰੋਟੀਆਂ ਪੜਾਈਆਂ, ਪੱਠੇ ਵੱਢੇ ਤੇ ਕੁਤਰੇ ਤੇ ਵਾੜਾ ਕਰਨ ਤੇ ਵੱਟਾ ਬਣਾਉਣ ਵਿੱਚ ਸਹਾਇਤਾ ਦਿੱਤੀ। ਪਰ ਜਿਹੜਾ ਕੰਮ ਉਨੀ ਦਿਨੀ ਬੂਟਾ ਸਿੰਘ ਨੂੰ ਸਭ ਤੋਂ ਵਧੇਰੇ ਪਸੰਦ ਸੀ ਉਹ ਸੀ ਮੱਝਾਂ ਚਾਰਨਾ। ਇਹਨਾਂ ਨੂੰ ਧਰਤੀ ਨਾਲੋਂ ਘਾਹ ਵੱਢ ਖਾਂਦਿਆਂ ਵੇਖ ਕੇ ਉਸ ਨੂੰ ਬੜਾ ਰਸ ਆਉਂਦਾ। ਹੋਰ ਛੇੜੂਆਂ ਵਾਂਗ ਉਹ ਮੱਝਾਂ ਨੂੰ ਛੱਡ ਕੇ ਛਾਵੇਂ ਨਹੀਂ ਬੈਠ ਰਹਿੰਦਾ ਸੀ, ਸਗੋਂ ਉਹਨਾਂ ਦੇ ਅੱਗੇ ਖੜੇ ਹੋ ਕੇ ਤੇ ਨਾਲ ਤੁਰ ਕੇ ਚਾਰਦਾ। ਇੱਕ ਦਿਨ ਉਸ ਦੇ ਪਿਓ ਨੇ ਉਸ ਦੀ ਮਾਂ ਨੂੰ ਕਿਹਾ ਕਿ ਬੂਟਾ ਹੋਰ ਮੁੰਡਿਆਂ ਵਾਂਗ ਨਹੀਂ, ਉਸ ਨੂੰ ਮੱਝੀ ਚਾਰਨ ਦਾ ਬੜਾ ਚੰਗਾ ਚੱਜ ਹੈ। ਫਿਰ ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਬੂਟਾ ਸਿੰਘ ਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਕਲਾਕਾਰ ਨੂੰ ਗੋਲਡ ਮੈਡਲ ਮਿਲ ਜਾਂਦਾ ਹੈ। ਚੁਗਦੀਆਂ ਮੱਝੀ ਦੇ ਨਾਲ ਟੁਰਨਾ ਉਸ ਦੀ ਆਦਤ ਜਿਹੀ ਹੀ ਨਹੀਂ ਸੀ। ਘਾਹ ਨੂੰ ਦੰਦਾਂ ਵਿੱਚ ਦੱਬ ਕੇ ਜਦ ਉਸ ਦੀਆਂ ਮੱਝੀ ਕੁਰਚ ਕਰਕੇ ਪੱਟਦੀਆਂ ਤਾਂ ਉਸ ਦਾ ਮਨ ਉਛਲ ਪੈਂਦਾ। ਉਹ ਸਾਹਮਣੇ ਖੜਾ ਉਹਨਾਂ ਦੇ ਮੂੰਹ ਵੱਲ ਵੇਖਦਾ ਰਹਿੰਦਾ ਤੇ ਆਵਾਜ਼ ਸੁਣਦਾ ਰਹਿੰਦਾ। ਕਦੀ ਚਰਦੀਆਂ ਜਦੋਂ ਮੱਝੀ ਡੂੰਘੇ ਖਾਲਾਂ ਵਿੱਚ ਜਿਨ੍ਹਾਂ ਦੁਆਲੇ ਉੱਚੀ ਭੱਲ ਚੜੀ ਹੋਈ ਹੁੰਦੀ ਵੜ ਜਾਂਦੀਆਂ ਤਾਂ ਵੀ ਉਹ ਕਿਸੇ ਪੱਧਰੇ ਰਾਹ 'ਤੇ ਤੁਰਨ ਦੀ ਥਾਂ ਔਖਾ ਸੌਖਾ ਹੋ ਕੇ ਉਹਨਾਂ ਦੇ ਨਾਲ ਹੀ ਰਹਿੰਦਾ। ਭਾਵੇਂ ਇਹਨਾਂ ਖਾਲਾਂ ਵਿੱਚੋਂ ਮੱਝਾਂ ਦੇ ਗਵਾਚ ਜਾਣ ਦਾ ਜਾਂ ਕਿਸੇ ਪੈਲੀ ਵਿੱਚ ਪੈ ਜਾਣ ਦਾ ਕੋਈ ਡਰ ਨਹੀਂ ਹੁੰਦਾ ਸੀ। ਚੁਗਦੀਆਂ ਮੱਝਾਂ ਤੋਂ ਦੂਰ ਹੋਣ ਨਾਲ ਉਸ ਦਾ ਸਵਾਦ ਮਾਰਿਆ ਜਾਂਦਾ। ਕਣਕਾਂ ਦੇ ਵੱਡਾਂ ਵਿੱਚ ਜਿੱਥੇ ਆਪਣੀਆਂ ਨੂੰ ਦੂਸਰਿਆਂ ਦੀਆਂ ਮੱਝਾਂ ਤੋਂ ਅੱਗੇ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ, ਉਹ ਉਹਨਾਂ ਨੂੰ ਅੱਗੇ ਲੰਘਾਉਣ ਲਈ ਇਸ ਉਸਤਾਦੀ ਨਾਲ ਠੋਕਰ ਮਾਰਦਾ ਜਿਸ ਤਰ੍ਹਾਂ ਕੋਈ ਬਿਲੀਅਰਡ ਦਾ ਖਿਲਾੜੀ ਆਪਣੇ ਬਾਲ ਨੂੰ ਮਾਰਦਾ ਹੈ। ਇਸ ਤਰ੍ਹਾਂ ਉਸ ਦੀਆਂ ਮੱਝਾਂ ਹੀ ਸਭ ਤੋਂ ਪਹਿਲਾਂ ਵੱਢ ਵਿੱਚੋਂ ਨਿਕਲਿਆ ਘਾਹ ਤੇ ਪੁੱਟਾ ਖਾਂਦੀਆਂ। ਰੱਜੀਆਂ ਹੋਈਆਂ ਮੱਝੀ ਜਦ ਛੱਪੜ ਵਿੱਚ ਲੇਟ ਕੇ ਫੁੰਕਾਰੇ ਮਾਰਦੀਆਂ ਤਾਂ ਉਸ ਨੂੰ ਬੜੀ ਠੰਡ ਪੈਂਦੀ। ਇਸ ਦੇ ਉਲਟ ਜਦ ਉਹ ਕਿਸੇ ਹੋਰ ਦੀਆਂ ਮੱਝਾਂ ਨਾਲੋਂ ਪਹਿਲਾਂ ਛੱਪੜ ਵਿੱਚੋਂ ਬਾਹਰ ਨਿਕਲ ਆਉਂਦੀਆਂ ਤਾਂ ਇਸ ਨੂੰ ਆਪਣੀ ਹਾਰ ਸਮਝਦਾ, ਕਿਉਂਕਿ ਭੁੱਖੀਆਂ ਮੱਝਾਂ ਹੀ ਛੱਪੜ ਵਿੱਚੋਂ ਛੇਤੀ ਬਾਹਰ ਨਿਕਲਦੀਆਂ ਹਨ। ਮੱਝੀ ਚਾਰਨ ਦਾ ਇਹ ਚੇਟਕ ਸ਼ਾਇਦ ਉਸ ਨੂੰ ਵਿਰਸੇ ਵਿੱਚ ਮਿਲਿਆ ਸੀ। ਉਸ ਦਾ ਪਿਤਾ ਹਰ ਰੋਜ਼ ਮੱਝਾਂ ਨੂੰ ਚੰਗੀ ਤਰ੍ਹਾਂ ਰਜਾਣਾ ਆਪਣਾ ਧਰਮ ਸਮਝਦਾ ਸੀ। ਉਸ ਦੱਸਿਆ, ਇੱਕ ਦਿਨ ਜਦ ਬਹੁਤ ਹੀ ਮੀਂਹ ਪਿਆ ਤੇ ਪੱਠੇ ਵੱਢ ਕੁਤਰ ਕੇ ਨਹੀਂ ਪਾਏ ਜਾ ਸਕਦੇ ਸਨ, ਉਸ ਦੇ ਪਿਤਾ ਨੇ ਰਾਤ ਨੂੰ ਆਪਣੀਆਂ ਭੁੱਖੀਆਂ ਮੱਝਾਂ ਹਿੱਕ ਕੇ ਨਾਲ ਦੇ ਪਿੰਡ ਦੀ ਇੱਕ ਜੁਆਰ ਦੀ ਪੈਲੀ ਵਿੱਚ ਛੱਡ ਦਿੱਤੀਆਂ ਤੇ ਆਪ ਡਾਂਗ ਨੂੰ ਬਲਮ ਚਾੜ ਕੇ ਪੈਲੀ ਦੇ ਦੁਆਲੇ ਫਿਰਦਾ ਰਿਹਾ। ਤੜਕੇ ਜਦ ਮੱਝੀ ਰੱਜ ਗਈਆਂ ਤਾਂ ਉਹ ਉਹਨਾਂ ਨੂੰ ਘਰ ਲੈ ਆਇਆ।
ਜਦ ਬੂਟਾ ਸਿੰਘ ਮੱਝੀ ਨਾ ਚਾਰ ਰਿਹਾ ਹੁੰਦਾ, ਉਸ ਵੇਲੇ ਵੀ ਉਸਦਾ ਮਨ ਉਹਨਾਂ ਨੂੰ ਰੁਝਾਉਣ ਦੇ ਸਾਧਨ ਹੀ ਸੋਚਦਾ ਰਹਿੰਦਾ। ਜਦ ਪੈਲੀਆਂ ਵਿੱਚੋਂ ਘਾਹ ਸੁੱਕ ਜਾਂਦਾ ਜਾਂ ਮੁੱਕ ਜਾਂਦਾ ਤਾਂ ਉਹ ਮੀਂਹਾਂ ਦੀ ਚਾਹ ਕਰਦਾ, ਪਰ ਮੀਂਹ ਪੈਣ 'ਤੇ ਉਸਦੇ ਆਪਣੇ ਘਰ ਵਾਲੇ ਅਤੇ ਹੋਰ ਕਿਸਾਨ ਜ਼ਮੀਨਾਂ ਨੂੰ ਦਬ-ਦਬ ਵਾਹੁਣ ਦੀ ਕਰਦੇ ਅਤੇ ਇਸ ਤਰ੍ਹਾਂ ਘਾਹ ਬਿਲਕੁਲ ਹੀ ਮੁੱਕ ਜਾਂਦਾ। ਉਹਨਾਂ ਦਿਨਾਂ ਵਿੱਚ ਫਿਰ ਉਹ ਅਰਦਾਸਾਂ ਕਰਦਾ ਕਿ ਕਿਸੇ ਤਰ੍ਹਾਂ ਜ਼ਮੀਨ ਉਹਨਾਂ ਤੋਂ ਸਾਂਭੀ ਨਾ ਜਾਵੇ ਅਤੇ ਸੁੱਕ ਕੇ ਵੰਗਣੋਂ ਰਹਿ ਜਾਵੇ ਅਤੇ ਉਸ ਦੀਆਂ ਮੱਝਾਂ ਦੇ ਚੁਗਣ ਲਈ ਘਾਹ ਬਚ ਜਾਵੇ। ਨੇੜੇ ਤੇੜੇ ਦੇ ਪਿੰਡਾਂ ਦੇ ਲੰਘਦਿਆਂ ਰਾਹੀਆਂ ਨੂੰ ਉਹ ਘਾਹਾਂ ਦੀਆਂ ਦੱਸਾਂ ਪਾਉਣ ਨੂੰ ਕਹਿੰਦਾ। ਅੱਜ ਕੱਲ੍ਹ ਸਰਦਾਰ ਬੂਟਾ ਸਿੰਘ ਮੱਝਾਂ ਨਹੀਂ ਚਾਰਦਾ ਸੀ। ਹੁਣ ਤਾਂ ਸਗੋਂ ਉਸ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਹ ਵੱਡੇ ਵੱਡੇ ਅਫਸਰਾਂ ਅਤੇ ਨੀਤੀਵਾਨਾਂ ਨੂੰ ਚਾਰ ਆਉਂਦਾ ਹੈ। ਉਸ ਦੀ ਇਸ ਹੁਸ਼ਿਆਰੀ ਅਤੇ ਅਕਲ ਕਰਕੇ ਉਸ ਦੇ ਘਰ ਇੰਨੀ ਖੁਸ਼ਹਾਲੀ ਸੀ, ਜਿੱਥੇ ਕਿਸੇ ਸੱਜਣ ਮਿੱਤਰ ਦੀ ਟਹਿਲ ਸੇਵਾ 'ਤੇ 150 ਖਰਚ ਦੇਣੇ ਐਵੇਂ ਇੱਕ ਸੁਭਾਵਕ ਗੱਲ ਬਣ ਗਈ ਸੀ। ਪਰ ਅਜੇ ਵੀ ਉਸ ਨੂੰ ਕੋਠੀ ਦੇ ਪਿੱਛੇ ਬਾਗ ਵਿੱਚ ਆਪਣੀਆਂ ਮੱਝਾਂ ਚਰਦੀਆਂ ਵੇਖ ਕੇ ਬੜਾ ਸਵਾਦ ਆਉਂਦਾ ਸੀ। ਜਿੰਨਾ ਵੱਡਾ ਅਤੇ ਹਰਾ ਘਾਹ ਉਹ ਆਪਣੀ ਜੀਭ ਨਾਲ ਵਲੇਟ ਕੇ ਅੰਦਰ ਸੁੱਟਦੀਆਂ, ਓਨੀ ਹੀ ਉਸਦੇ ਮਨ ਨੂੰ ਠੰਡ ਜਿਹੀ ਪੈਂਦੀ। ਇਸੇ ਕਰਕੇ ਉਹ ਹੋਰ ਕਿਸੇ ਦੀਆਂ ਮੱਝਾਂ ਨੂੰ ਆਪਣੇ ਬਾਗ ਵਿੱਚੋਂ ਘਾਹ ਖਾਂਦਿਆਂ ਵੇਖ ਕੇ ਬੜੀ ਛੇਤੀ ਕਾਲਾ ਪੈ ਜਾਂਦਾ ਅਤੇ ਝੱਟ ਉਹਨਾਂ ਦੇ ਛੇੜੂ ਨੂੰ ਮੱਝਾਂ ਹਿੱਕ ਲਿਜਾਣ ਨੂੰ ਕਹਿੰਦਾ। ਮੱਝਾਂ ਵਾਲੇ ਆਂਢੀ ਗੁਆਂਢੀ ਇਸ ਗੱਲ ਵਿੱਚ ਆਪਣੀ ਬੇਇੱਜ਼ਤੀ ਸਮਝ ਕੇ ਬੜਾ ਗੁੱਸਾ ਕਰਦੇ। ਇੱਕ ਵਾਰ ਜਦ ਬੂਟਾ ਸਿੰਘ ਨੇ ਆਪਣੇ ਗੁਆਂਢੀ ਰਾਏ ਬਹਾਦਰ ਅਮੋਲਕ ਰਾਮ ਦੀਆਂ ਮੱਝਾਂ ਕਢਵਾ ਦਿੱਤੀਆਂ ਤਾਂ ਉਸਨੇ ਬੜਾ ਰੰਜ ਮਨਾਇਆ। ਸਿੱਧਾ ਤੇ ਉਸਨੇ ਕੁਝ ਨਾ ਕਿਹਾ, ਪਰ ਉਸਦੀ ਵਹੁਟੀ ਨੇ ਬੂਟਾ ਸਿੰਘ ਦੀ ਵਹੁਟੀ ਨੂੰ ਇਹ ਗੱਲ ਦੱਸ ਦਿੱਤੀ। ਸਰਦਾਰ ਨੂੰ ਨਗੂਣੇ ਘਾਹ ਦੀ ਕੀ ਪਰਵਾਹ ਹੋ ਸਕਦੀ ਹੈ? ਗੱਲ ਕੇਵਲ ਇੰਨੀ ਹੈ ਕਿ ਉਸ ਨੂੰ ਸਾਡੀ ਕੋਈ ਪਰਵਾਹ ਨਹੀਂ ਅਤੇ ਉਹ ਨੌਕਰ ਸਾਹਮਣੇ ਸਾਨੂੰ ਨੀਵਾਂ ਵਿਖਾਉਣਾ ਚਾਹੁੰਦਾ ਸੀ, ਅਮੋਲਕ ਰਾਮ ਨੇ ਕਿਹਾ ਸੀ। ਬੂਟਾ ਸਿੰਘ ਨੂੰ ਇਸ ਗੱਲ ਦਾ ਬੜਾ ਅਫਸੋਸ ਲੱਗਾ, ਕਿਉਂਕਿ ਸ਼ਹਿਰ ਵਿੱਚ ਉਸਦਾ ਅਮੋਲਕ ਰਾਮ ਤੋਂ ਵੱਡਾ ਹਮਾਇਤੀ ਹੋਰ ਕੋਈ ਨਹੀਂ ਸੀ। ਆਖਰ ਇਸ ਵਿੱਚ ਹੈ ਕੀ ਸੀ? ਸਰਦਾਰ ਨੇ ਸੋਚਿਆ, ਜੇ ਅਮੋਲਕ ਰਾਮ ਦੀ ਮੱਝ ਸਾਰਾ ਦਿਨ ਉਸਦੇ ਬਾਗ ਵਿੱਚ ਚਰਦੀ ਰਹੇ ਤਾਂ ਉਹ ਸ਼ਾਮ ਤੱਕ ਵੱਧ ਤੋਂ ਵੱਧ 1 ਰੁਪਏ ਦਾ ਘਾਹ ਖਾ ਜਾਏਗੀ। ਅਮੋਲਕ ਰਾਮ ਤੇ ਉਸਦੇ ਵਿਚਕਾਰ 1 ਰੁਪਇਆ ਕੀ ਚੀਜ਼ ਸੀ? ਉਹਨਾਂ ਦਾ ਆਪੇ ਵਿੱਚ ਮੇਲ ਜੋਲ ਇੰਨਾ ਗੂੜਾ ਸੀ ਕਿ ਰਸਮਾਂ ਸ਼ਗਨਾਂ ਵਿੱਚ ਹੀ ਸੈਂਕੜੇ ਰੁਪਏ ਇੱਕ ਦੂਸਰੇ ਦੇ ਘਰ ਚਲੇ ਜਾਂਦੇ। ਅਜੇ ਅਗਲੇ ਦਿਨ ਉਹਨਾਂ ਅਮੋਲਕ ਰਾਮ ਦੀ ਧੀ ਦੇ ਵਿਆਹ 'ਤੇ ਉਸ ਨੂੰ ਰੇਡੀਓ ਸੈੱਟ ਦਿੱਤਾ ਸੀ ਅਤੇ ਮੁਕਲਾਵਾ ਲੈਣ ਆਏ ਉਸ ਦੇ ਜਵਾਈ ਨੂੰ ਘਰ ਸੱਦ ਕੇ ਰੋਟੀ ਖਵਾਈ ਸੀ ਅਤੇ ਨਾਲੇ ਉਸ ਦੀ ਉਂਗਲੀ 'ਤੇ ਛਾਪ ਪਾਈ ਸੀ। ਇਹ ਸੋਚ ਕੇ ਬੂਟਾ ਸਿੰਘ ਨੂੰ ਬੜਾ ਹਿਰਖ ਲੱਗਾ ਅਤੇ ਆਪਣੀ ਕਮਜ਼ੋਰੀ 'ਤੇ ਬੜੀ ਸ਼ਰਮ ਆਈ। ਜੋ ਆਦਮੀ ਆਪਣੇ ਦਿਮਾਗ ਤੋਂ ਇੰਨਾ ਵੀ ਕੰਮ ਨਾ ਲਵੇ ਅਤੇ ਬੇਵਸ ਆਪਣੇ ਮਨ 'ਤੇ ਪਿੱਛੇ ਲੱਗਾ ਫਿਰੇ, ਉਹ ਵੀ ਕੀ ਆਦਮੀ ਹੋਇਆ? ਉਸਨੇ ਸਿੱਟਾ ਕੱਢਿਆ ਅਤੇ ਫਿਰ ਉਸਨੇ ਨਿਸ਼ਚਾ ਕੀਤਾ ਕਿ ਇਸ ਪਿੱਛੋਂ ਅਮੋਲਕ ਰਾਮ ਦੀ ਅਤੇ ਉਹ ਕਿਸੇ ਦੀ ਵੀ ਬਾਗ ਵਿੱਚ ਚੁਗਦੀ ਮੱਝ ਵੱਲ ਕੋਈ ਧਿਆਨ ਨਹੀਂ ਦੇਵੇਗਾ। ਰੋਜ਼ ਵਾਂਗ ਸਰਦਾਰ ਬੂਟਾ ਸਿੰਘ ਕੋਠੀ ਵੱਲ ਆਉਂਦੇ ਰਸਤੇ ਵਿੱਚ ਕੁਰਸੀ ਢਾ ਕੇ ਬੈਠੇ ਹੋਏ ਸਨ। ਕਦੀ ਉਹ ਹੱਥ ਵਿੱਚ ਫੜੀ ਅਖਬਾਰ 'ਤੇ ਨਜ਼ਰ ਮਾਰ ਲੈਂਦੇ ਅਤੇ ਕਦੀ ਆਪਣੀ ਨੇੜੇ ਟਹਿਲ ਰਹੀ ਪਤਨੀ ਨਾਲ ਕੋਈ ਗੱਲਬਾਤ ਕਰ ਲੈਂਦੇ। ਸਾਹਮਣੇ ਰਾਏ ਬਹਾਦਰ ਅਮੋਲਕ ਰਾਮ ਆਪਣੀ ਕੋਠੀ ਦੇ ਰਸਤੇ ਵਿੱਚ ਇੱਧਰ ਉੱਧਰ ਟਹਿਲ ਰਹੇ ਸਨ। ਸਰਦਾਰ ਹੁਰਾ ਕੋਲ ਆਉਣ ਤੋਂ ਉਹ ਸ਼ਾਇਦ ਇਸ ਲਈ ਸੰਕੋਚ ਕਰ ਰਹੇ ਸਨ ਕਿ ਉਹਨਾਂ ਦੀ ਪਤਨੀ ਉਹਨਾਂ ਦੇ ਨੇੜੇ ਸੀ। ਇਸ ਤਾਣੇ ਦੇ ਵਿਚਕਾਰ ਰਾਏ ਬਹਾਦਰ ਅਮੋਲਕ ਰਾਮ ਦੀ ਮੱਝ ਵੀ ਚੁਗਦੀ ਚੁਗਦੀ ਪੁੱਛਲ ਨਾਲ ਮੱਖੀਆਂ ਝੱਲਦੀ ਕਿਸੇ ਪਾਸਿਓਂ ਸਰਦਾਰ ਬੂਟਾ ਸਿੰਘ ਦੇ ਬਾਗ ਵਿੱਚ ਆ ਵੜੀ। ਸ਼ਾਮ ਦੇ ਵੇਲੇ ਆਮ ਤੌਰ 'ਤੇ ਡੰਗਰ ਰੱਜਿਆ ਹੋਇਆ ਹੁੰਦਾ ਹੈ ਅਤੇ ਘਾਹ ਨੂੰ ਐਵੇਂ ਪੋਲਾ ਹੀ ਮੂੰਹ ਮਾਰਦਾ ਹੈ। ਜਾਂ ਤਾਂ ਅਮੋਲਕ ਰਾਮ ਦੀ ਮੱਝ ਕਿਧਰੇ ਅੰਦਰ ਡੱਕੀ ਰਹੀ ਸੀ ਅਤੇ ਜਾਂ ਬੂਟਾ ਸਿੰਘ ਦੇ ਬਾਗ ਦਾ ਘਾਹ ਬੜਾ ਸਵਾਦੀ ਸੀ। ਮੱਝ ਬੜੇ ਜੋਸ਼ ਨਾਲ ਘਾਹ ਵੱਖ ਕੇ ਅੰਦਰ ਸੁੱਟ ਰਹੀ ਸੀ। ਬੂਟਾ ਸਿੰਘ ਮੱਝ ਨੂੰ ਇਸ ਤਰ੍ਹਾਂ ਘਾਹ ਖਾਂਦੇ ਵੇਖ ਕੇ ਔਖਾ ਹੋਇਆ, ਪਰ ਫਿਰ ਆਪਣਾ ਪੁਰਾਣਾ ਨਿਸ਼ਚਾ ਯਾਦ ਕਰਕੇ ਉਸਨੇ ਧਿਆਨ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ। ਅਮੋਲਕ ਰਾਮ ਦਾ ਧਿਆਨ ਵੀ ਆਪਣੀ ਮੱਝ ਦੇ ਵਿੱਚ ਹੀ ਸੀ।
ਅੱਜ ਰਾਏ ਬਹਾਦਰ ਦੇ ਘਰੋਂ ਕੀ ਆਇਆ ਸੀ? ਬੂਟਾ ਸਿੰਘ ਨੇ ਅਮੋਲਕ ਰਾਮ ਦੇ ਨੌਕਰ ਦੀ ਡੱਕੀ ਹੋਈ ਪਲੇਟ ਚੱਕੀ ਫੇਰਾਂ ਯਾਦ ਕਰਕੇ ਕਿਹਾ। ਉਹ ਸੋਚ ਰਿਹਾ ਸੀ ਉਸਦੇ ਤੇ ਅਮੋਲਕ ਰਾਮ ਦੇ ਡੂੰਘੇ ਮੇਲ-ਜੋਲ ਦੇ ਪਿਛੋਕੜ ਵਿੱਚ ਅਮੋਲਕ ਰਾਮ ਦੀ ਮੱਝ ਤਾਂ ਉਹਨਾਂ ਦੇ ਬਾਗ ਵਿੱਚ ਚੁਗਣਾ ਕਿੰਨੀ ਛੋਟੀ ਜਿਹੀ ਗੱਲ ਸੀ। ਸੋਨ ਹਲਵਾ ਭੇਜਿਆ ਸਾਨੇ, ਉਹਨਾਂ ਨੂੰ ਬੰਬਿਓ ਕਿਸੇ ਦੋਸਤ ਵੱਲੋਂ ਆਇਆ ਸੀ। ਉਸ ਦੀ ਪਤਨੀ ਨੇ ਦੱਸਿਆ, ਤੁਸੀਂ ਆਪੇ ਹੀ ਖਾ ਗਏ ਸਾਰਾ, ਮੈਨੂੰ ਤੇ ਦਿੱਤਾ ਕੋਈ ਨਹੀਂ। ਬੂਟਾ ਸਿੰਘ ਨੇ ਹੱਸਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ। ਮੱਝ ਉਸੇ ਚਾਲ ਹੀ ਘਾਹ ਪੁੱਟੀ ਜਾ ਰਹੀ ਸੀ। ਨਹੀਂ, ਉਹ ਤੇ 2 ਸੇਰ ਤੋਂ ਵੀ ਬਹੁਤਾ ਸੀ, ਖਾਧਾ ਕਿੱਥੇ ਜਾਂਦਾ ਸੀ? ਅਵਾਣੀਆਂ ਨੇ ਥੋੜ੍ਹਾ ਲਿਆ ਸੀ, ਤੁਸੀਂ ਸਵੇਰੇ ਚਾਹ ਨਾਲ ਲੈ ਲੈਣਾ। ਲਾਲਾ ਜੀ ਉਹ ਸਾਹਮਣੇ ਫਿਰ ਰਹੇ ਨੇ, ਉਹਨਾਂ ਦਾ ਧੰਨਵਾਦ ਹੀ ਕਰ ਦਿਓ। ਬੂਟਾ ਸਿੰਘ ਨੂੰ ਪਤਾ ਸੀ ਕਿ ਅਮੋਲਕ ਰਾਮ ਸਾਹਮਣੇ ਫਿਰ ਰਿਹਾ ਹੈ। ਉਹ ਵੀ ਜਾਣਦਾ ਸੀ ਕਿ ਉਸ ਦੀ ਅੱਖ ਆਪਣੀ ਮੱਝ ਉੱਤੇ ਹੈ, ਨਹੀਂ ਤੇ ਜਿਸ ਲਾਲਚ ਨਾਲ ਉਹ ਘਾਹ ਮੁਕਾ ਰਹੀ ਸੀ, ਬੂਟਾ ਸਿੰਘ ਨੇ ਉਸ ਨੂੰ ਕਦੇ ਦਾ ਪਰੇ ਭਜਾ ਦਿੱਤਾ ਹੁੰਦਾ। ਸਾਂਝ ਵਿਗੜਨ ਦੇ ਡਰ ਤੋਂ ਬੂਟਾ ਸਿੰਘ ਨੇ ਫਿਰ ਆਪਣੇ ਦਿਲ ਨੂੰ ਤਗੜਾ ਕਰਨਾ ਚਾਹਿਆ। ਸੂਰਜ ਛਿਪਣ ਵਾਲਾ ਸੀ, ਹੁਣੇ ਕੋਈ ਆ ਕੇ ਮੱਝ ਨੂੰ ਚੋਣ ਵਾਸਤੇ ਲੈ ਜਾਏਗਾ। ਇੰਨੇ ਚਿਰ ਵਿੱਚ ਜਿੰਨਾ ਘਾਹ ਇਸਨੇ ਖਾਣਾ ਹੈ, ਉਹਨਾਂ ਬਾਜ਼ਾਰ ਵਿੱਚ ਵੱਧ ਤੋਂ ਵੱਧ 2 ਆਨੇ ਦਾ ਮਿਲ ਸਕਦਾ ਸੀ। ਘਾਹ ਦਾ ਅੱਜ ਕੱਲ੍ਹ ਕਿਧਰੇ ਕੋਈ ਅੰਤ ਨਹੀਂ ਸੀ। ਉਸ ਦੀਆਂ ਆਪਣੀਆਂ ਮੱਝਾਂ ਵੀ ਹੁਣ ਤੱਕ ਰੱਜ ਗਈਆਂ ਹੋਣਗੀਆਂ। ਮੱਝ ਹੁਣ ਚੁਗਦੀ ਚੁਗਦੀ ਬੂਟਾ ਸਿੰਘ ਦੇ ਨੇੜੇ ਆ ਗਈ ਸੀ। ਉਹ ਜੀਭ ਬਾਹਰ ਕੱਢਦੀ ਉਸ ਨਾਲ ਹਰੇ ਚੋ-ਚੋ ਕਰਦੇ ਘਾਹ ਦੀ ਇੱਕ ਤੱਲੀ ਵੱਲ ਕੇ ਮੂੰਹ ਵਿੱਚ ਲੈ ਜਾਂਦੀ। ਫਿਰ ਉਸ ਨੂੰ ਹੇਠਲੇ ਦੰਦਾਂ ਦੇ ਉਤਲੇ ਸਖਣੇ ਜਬਾੜੇ ਵਿਚਕਾਰ ਦਬਾ ਕੇ ਪੁੱਟ ਲੈਂਦੀ। ਪੁੱਟਿਆ ਹੋਇਆ ਘਾਹ ਸੁੱਧਾ ਪੇਟ ਵਿੱਚ ਘੱਲ ਕੇ ਉਹ ਇੱਕ ਤੱਲੀ ਹੋਰ ਵੱਲ ਲੈਂਦੀ। ਬੂਟਾ ਸਿੰਘ ਨੇ ਅੱਖਾਂ ਪਰੇ ਕਰ ਲਈਆਂ, ਪਰ ਇੱਕ ਪਲ ਵਿੱਚ ਹੀ ਉਸ ਦਾ ਧਿਆਨ ਫਿਰ ਉੱਧਰ ਖਿੱਚਿਆ ਗਿਆ। ਮੱਝ ਉਸੇ ਤੇਜ਼ੀ ਨਾਲ ਘਾਹ ਖਾਈ ਜਾ ਰਹੀ ਸੀ। ਉਸ ਦਾ ਮੂੰਹ ਚੌੜਾ ਸੀ ਤੇ ਹਾਬੜਾ ਕਿੰਨਾ ਤੀਬਰ। ਬੂਟਾ ਸਿੰਘ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਕੋਈ ਉਸ ਦੇ ਨੋਟਾਂ ਦੇ ਸੰਦੂਕ ਵਿੱਚੋਂ ਆਪਣੀਆਂ ਜੇਬਾਂ ਭਰੀ ਜਾ ਰਿਹਾ ਹੋਵੇ, ਜਾਂ ਕਾਲੀ ਕਾਲੀ ਉਸ ਦੀ ਕੋਠੀ ਦੀਆਂ ਨੀਹਾਂ ਢਾਈ ਜਾ ਰਿਹਾ ਹੋਵੇ। ਉਹ ਕੁਰਸੀ ਤੋਂ ਉੱਠਿਆ ਤੇ ਰਸਤੇ ਤੋਂ ਇੱਕ ਰੋੜਾ ਫੜ ਕੇ ਮੱਝ ਦੇ ਮੂੰਹ 'ਤੇ ਮਾਰਿਆ। ਜਦ ਮੱਝ ਨੇ ਮੂੰਹ ਉਤਾਂ ਚੁੱਕਿਆ ਤਾਂ ਉਹ ਬਾਹੀਂ ਉਤਾਂ ਕਰਕੇ ਭੱਜ ਕੇ ਉਸ ਦੇ ਵੱਲ ਨੂੰ ਹੋਇਆ। ਮੱਝ ਡਰ ਕੇ ਪਰਾਂ ਦੌੜੀ। ਬੂਟਾ ਸਿੰਘ ਨੇ ਪਿੱਛੇ ਦੌੜ ਕੇ ਹੋਰ ਡਰਾ ਦਿੱਤੀ ਤੇ ਉਹ ਬਾਗੋਂ ਬਾਹਰ ਨਿਕਲ ਗਈ। ਵਾਪਸ ਆਉਂਦੇ ਬੂਟਾ ਸਿੰਘ ਨੇ ਉਸ ਘਾਹ ਵੱਲ ਵੇਖਿਆ ਜੋ ਉਸਨੇ ਅਮੋਲਕ ਰਾਮ ਦੀ ਮੱਝ ਤੋਂ ਆਪਣੀਆਂ ਮੱਝਾਂ ਲਈ ਬਚਾਇਆ ਸੀ, ਤੇ ਫਿਰ ਕੁਰਸੀ 'ਤੇ ਬੈਠ ਗਿਆ। ਅਮੋਲਕ ਰਾਮ ਸਾਹਮਣੇ ਖੜਾ ਦੇਖ ਰਿਹਾ ਸੀ। ਬੂਟਾ ਸਿੰਘ ਉਸ ਨੂੰ ਵੇਖ ਕੇ ਸ਼ਰਮਿੰਦਾ ਜਿਹਾ ਹੋਇਆ, ਜਿਵੇਂ ਜਜ਼ਬਿਆਂ ਦੇ ਵੱਸ ਹੋ ਕੇ ਬੜਾ ਮਾੜਾ ਕੰਮ ਕਰਨ ਵਾਲੇ ਆਦਮੀ ਫੜੇ ਜਾਣ 'ਤੇ ਸ਼ਰਮਿੰਦੇ ਹੁੰਦੇ ਹਨ। ਉਸ ਨੂੰ ਆਪਣੇ ਕੀਤੇ 'ਤੇ ਅਫਸੋਸ ਹੋ ਰਿਹਾ ਸੀ। ਪਤਾ ਨਹੀਂ ਹੁਣ ਅਮੋਲਕ ਰਾਮ ਨਾਲ ਪੁਰਾਣਾ ਸੰਬੰਧ ਬਣਾਉਂਦਿਆਂ ਕਿੰਨੇ ਮਹੀਨੇ ਜਾਂ ਸਾਲ ਲੱਗ ਜਾਣ 1-2 ਆਨੇ ਦੇ ਘਾਹ ਪਿੱਛੇ। ਧੰਨਵਾਦ।